ਸੋ ਸੰਗਰੂਰ ਲਾਈਵ ਦੇ ਫੇਸਬੁੱਕ ਪੇਜ ਤੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਸਾਡੀ ਸਿਹਤ ਦੀ ਇੱਕ ਹੋਰ ਲੜੀ ਦੇ ਵਿੱਚ ਤੁਹਾਡੇ ਨਾਲ ਅੱਜ ਫੇਰ ਰੂਬਰੂ ਕਰਵਾ ਰਹੇ ਹਾਂ ਡਾਕਟਰ ਅਨੀਸ਼ ਕੁਮਾਰ ਨਾਲ, ਜਿਹੜੇ ਕਿ ਨਿਊਰੋ ਸਰਜਨ ਨੇ। ਅਮਰ ਹਸਪੀਟਲ ਦੇ ਵਿੱਚ ਮੰਡੇ ਤੋਂ ਸੈਟਰਡੇ ਤੁਹਾਨੂੰ ਮਿਲਦੇ ਨੇ, ਤੇ ਸੰਗਰੂਰ ਦੇ ਵਿੱਚ ਵੀ ਪਹਿਲੇ ਨਿਊਰੋ ਸਰਜਨ ਨੇ ਜਿਹੜੇ ਉੱਥੇ ਬੈਠਦੇ ਨੇ ਬੁੱਧਵਾਰ ਅਤੇ ਸ਼ੁੱਕਰਵਾਰ 4 ਵਜੇ ਤੋਂ ਲੈ ਕੇ 6 ਵਜੇ ਤੱਕ। ਪਿਛਲੇ ਸਮੇਂ ਅਸੀਂ ਗੱਲ ਕੀਤੀ ਸੀ ਸਿਰ ਦਰਦ ਅਤੇ ਮਾਈਗ੍ਰੇਨ ਦੀ। ਅੱਜ ਗੱਲ ਕਰਦੇ ਹਾਂ ਸਿਰ ਦੀ ਸੱਟ ਦਾ। ਦੋਸਤੋ, ਸਿਰ ਦੀ ਸੱਟ ਇਹੋ ਜਿਹੀ ਹੁੰਦੀ ਹੈਗੀ ਕਿ ਕਈ ਵਾਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਗਿਰ ਜਾਂਦੇ ਹਾਂ ਜਾਂ ਆਪਾਂ ਨੂੰ ਇੱਕ ਹਲਕੀ ਸੱਟ ਲੱਗਦੀ ਹੈ, ਉਸ ਤੋਂ ਬਾਅਦ ਆਪਾਂ ਨੂੰ ਕੋਈ ਪ੍ਰੋਬਲਮਸ ਸ਼ੁਰੂ ਹੋਣੀਆਂ ਲੱਗ ਜਾਂਦੀਆਂ ਨੇ। ਇਸ ਤੋਂ ਇਲਾਵਾ ਜੇਕਰ ਮੇਜਰ ਸੱਟ ਵੱਜਦੀ ਹੈ, ਕਿਉਂਕਿ ਸਿਰ ਦੀ ਸੱਟ ਦਾ ਇਹ ਹੁੰਦਾ ਹੈਗਾ ਕਿ ਆਪਾਂ ਨੂੰ ਪਹਿਲਾਂ ਪਤਾ ਨਹੀਂ ਹੁੰਦਾ ਡਾਕਟਰ ਚੂਜ਼ ਕਿਹੜਾ ਕਰੀਏ, ਉਸ ਤੋਂ ਬਾਅਦ ਇਹਦਾ ਇਲਾਜ ਕਿਵੇਂ ਕਰਨਾ ਹੈ। ਕਈ ਓਪਰੇਸ਼ਨਸ ਨੂੰ ਕਹਿ ਦਿੰਦੇ ਨੇ। ਡਾਕਟਰ ਦੀ ਉਹ ਸਾਰੀ ਰਾਏ ਹੈ ਜਿਹੜੀ ਅੱਜ ਲਵਾਂਗੇ ਡਾਕਟਰ ਅਨੀਸ਼ ਨਾਲ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਸੰਗਰੂਰ ਲਾਈਵ ਤੇ। ਪਹਿਲੀ ਗੱਲ ਤਾਂ ਸਿਰ ਦੀ ਸੱਟ ਹੁੰਦੀ ਕਿਵੇਂ ਹੈ? ਕਈ ਉਹੀ ਗੱਲ ਹੈਗੀ ਕਿ ਇਹਦੀਆਂ ਵੀ ਕੋਈ ਕਲਾਸਿਸ ਨੇ ਜਾਂ ਕਿਵੇਂ ਇਸ ਨੂੰ ਦੇਖਿਆ ਜਾਂਦਾ ਕਿ ਪਹਿਲਾਂ ਹੀ ਜੇਕਰ ਕਿਸੇ ਪੇਸ਼ੈਂਟ ਕੋਈ ਗਿਰਦਾ ਜਾਂ ਮਿਲਦਾ ਤੁਹਾਨੂੰ, ਤਾਂ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਹਾਂ ਸਿਰ ਦੀ ਕੋਈ ਸੱਟ ਦੀ ਪ੍ਰੋਬਲਮ ਹੈ ਜਿਹੜੀ ਪੇਸ਼ੈਂਟ ਨੂੰ ਹੋਈ ਹੈ। ਨਮਸਕਾਰ ਸਾਰੇ ਸਰੋਤਿਆਂ ਨੂੰ। ਤੁਸੀਂ ਅੱਜ ਬਹੁਤ ਵਧੀਆ ਇੱਕ ਟੌਪਿਕ ਲੈਤਾ ਹੈਗਾ, ਸਿਰ ਦੀ ਸੱਟ, ਹੈ ਨਾ, ਹੈ ਜਿਹਨੂੰ ਕਿ ਆਪਾਂ ਹੈਡ ਇੰਜਰੀ ਕਹਿੰਦੇ ਹੈਗੇ ਆ। ਸੋ ਇੱਕ ਇਹ ਇੰਡੀਆ ਦੇ ਵਿੱਚ ਇਸ ਮੇਜਰ ਕਾਜ਼ ਆਫ ਡੈਥ ਆਲਸੋ, ਹੈ ਨਾ। ਸੋ ਬੇਸਿਕਲੀ ਹੈਡ ਇੰਜਰੀ ਐਨੀ ਜਿਹੜਾ ਟਰਾਮਾ ਆਪਾਂ ਨੂੰ ਸਿਰ ਦੇ ਵਿੱਚ ਹੁੰਦਾ ਹੈਗਾ ਕਿਸੇ ਤਰ੍ਹਾਂ, ਇਨ ਆਈਦਰ ਵੇ, ਆਈਦਰ ਇਨ ਦਾ ਫਾਰਮ ਆਫ ਐਕਸੀਡੈਂਟ ਔਰ ਆਪਾਂ ਸੌਲਟ ਜਾਂ ਕੋਈ ਸਿਰ 'ਤੇ ਮਾਰਦਾ ਆਪਣੇ ਸੱਟ, ਉਹਨਾਂ ਆਪਾਂ ਸਿਰ ਦੀ ਸੱਟ ਲੈ ਕੇ ਚੱਲਦੇ ਹੈਗੇ। ਆਪਾਂ ਸਿਰ ਦੀ ਸੱਟ ਸ਼ੁਰੂ ਤੋਂ ਕਰੀਏ, ਹੈ ਨਾ। ਪਹਿਲਾਂ ਇਹ ਸ਼ੁਰੂ ਹੁੰਦਾ ਆਪਣੀ ਚਮੜੀ ਤੋਂ, ਹੈ ਨਾ, ਡਾਇਰੈਕਟ ਸਕਾਲਪ ਤੋਂ ਸ਼ੁਰੂ ਕਰੀਏ। ਫਸਟ ਕਮ ਦਾ ਸਕਾਲਪ, ਜਿਹੜਾ ਆਪਣਾ ਮਾਈਨਰ ਸੱਟਾਂ ਹੁੰਦੀਆਂ ਹੈਗੀਆਂ, ਸਿਰ ਦੀ ਸੱਟ ਹੁੰਦੀ ਹੈ, ਉਹ ਸਿਰ ਦੇ ਵਿੱਚ ਸਕਾਲਪ ਤੋਂ ਸ਼ੁਰੂ ਹੁੰਦੀ ਹੈ, ਮਤਲਬ ਆਪਣੀ ਚਮੜੀ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਆਪਣੀ ਸੱਟ ਵੱਜਦੀ ਹੈਗੀ, ਆਪਾਂ ਕਹਿੰਦੇ ਵੀ ਇੱਕ ਸੋਜਨ ਆ ਗਈ ਜੀ, ਹੈ ਨਾ, ਘਮੋੜਾ ਜਿਹਾ ਬਣ ਗਿਆ। ਸੋ ਉਹ ਦੈਟ ਇਜ਼ ਸਿੰਪਲ ਚੋਟ ਹੁੰਦੀ ਹੈ ਜੀ, ਆਪਾਂ ਕਹਿੰਦੇ ਹਾਂ ਸਕਾਲਪ ਸਵੈਲਿੰਗ, ਸਕਾਲਪ ਹੈਮਾਟੋਮਾ, ਠੀਕ ਹੈ। ਸੋ ਉਹ ਆਪਾਂ ਕੈਨ ਵੀ, ਉਹ ਤਾਂ ਆਪਾਂ ਕੰਜ਼ਰਵੇਟਿਵ ਮੈਨੇਜ ਕਰ ਸਕਦੇ ਹੈਗੇ ਆ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆਪਣੇ ਆਉਂਦੀ ਹੈ, ਇਹਦੇ ਨੀਚੇ ਹੀ ਆਪਣੇ ਆਉਂਦਾ ਹੈਗਾ ਸਕਲ ਬੋਨ, ਦੈਟ ਇਜ਼ ਬੋਨ ਜਿਹੜੀ ਹੁੰਦੀ ਹੈ ਆਪਣੇ ਬੋਨੀ ਪੋਰਸ਼ਨ। ਕਈ ਵਾਰ ਉਹਦੀ ਸੱਟ ਵੱਜਦੀ ਹੈਗੀ, ਉਹਦੀ ਬੋਨ ਆਪਣੀ ਫ੍ਰੈਕਚਰ ਹੋ ਜਾਂਦੀ ਹੈ ਨਾ। ਸੋ ਦੈਟ ਇਜ਼ ਫ੍ਰੈਕਚਰ। ਫਿਰ ਉਦੋਂ ਨੀਚੇ ਆਪਣਾ ਬ੍ਰੇਨ ਆਉਂਦਾ, ਜਿਹੜਾ ਕਿ ਮੇਜਰ ਆਪਣਾ ਹੈਡ ਇੰਜਰੀ ਆਪਾਂ ਕਹਿੰਦੇ ਹੈਗਾ, ਜਿਹੜਾ ਇਸ ਕੰਪੋਨੈਂਟ ਜਿਸ ਪੇਸ਼ੈਂਟ ਨੂੰ ਮੋਰਬਿਡਿਟੀ ਅਤੇ ਮੋਰਟੈਲਿਟੀ ਦਾ ਮੇਜਰ ਕਾਜ਼ ਹੁੰਦਾ ਹੈਗਾ। ਸੋ ਪਹਿਲਾਂ ਆਪਾਂ ਡਿਸਕਸ ਕਰਾਂਗੇ ਸ਼ੁਰੂ ਤੋਂ ਉੱਪਰ ਸਕਾਲਪ ਹੈਮਾਟੋਮਾ ਤੋਂ, ਜਿਹੜਾ ਆਮ ਆਪਣੀ ਸੱਟ ਹੁੰਦੀ ਹੈਗੀ। ਸੋ ਸ਼ੁਰੂ ਦੇ ਵਿੱਚ ਜੋ ਸੱਟ ਆਪਾਂ ਇੱਕ ਪਹਿਲਾਂ ਗ੍ਰੇਡ ਲੈ ਕੇ ਚੱਲੀਏ, ਆਪਣੀ ਚਮੜੀ ਸੱਟ ਹੈ ਜਾਂ ਸਕਾਲਪ ਸੱਟ ਹੈ, ਉਹ 'ਚ ਦੋ ਤਰ੍ਹਾਂ ਹੋ ਸਕਦੇ ਆਪਣੀ। ਪਹਿਲਾਂ ਕੀ ਹੈ ਵੀ ਆਪਣਾ ਸਿਰਫ ਇੱਕ ਹੈਮਾਟੋਮਾ ਬਣ ਗਿਆ, ਸਵੈਲਿੰਗ ਬਣ ਗਈ, ਠੀਕ ਹੈ। ਦੂਜਾ ਵੀ ਆਪਣਾ ਕੱਟ ਵੱਜ ਗਿਆ, ਜਿੱਥੋਂ ਬਲੀਡਿੰਗ ਹੋ ਰਹੀ ਹੈ ਐਕਸੈਸਿਵਲੀ, ਠੀਕ ਹੈ। ਸੋ ਜੇ ਆਪਣਾ ਸਿੰਪਲ ਇੱਕ ਹੈਮਾਟੋਮਾ ਹੈਗਾ, ਉਹਨੂੰ ਤਾਂ ਆਪਾਂ ਕੰਜ਼ਰਵੇਟਿਵ ਮੈਨੇਜ ਕਰ ਸਕਦੇ ਹੈਗੇ ਆ। ਅਤੇ ਨਾਲ ਆਪਾਂ ਸਿਟੀ ਸਕੈਨ ਕਰਾ ਲਈਏ ਤਾਂ ਚੰਗਾ ਗੱਲ ਹੈ, ਕਿਉਂਕਿ ਕਈ ਵਾਰ ਕੀ ਹੁੰਦਾ ਵੀ ਦੇਖਣ ਤੋਂ ਬਾਹਰ ਸਿਰਫ ਹੈਮਾਟੋਮਾ ਸੋਜਨ ਹੀ ਲੱਗਦੀ ਹੁੰਦੀ ਹੈ, ਪਰ ਅੰਦਰੂਨੀ ਬ੍ਰੇਨ ਤੱਕ ਚੋਟ ਗਈ ਹੁੰਦੀ ਹੈ, ਠੀਕ ਹੈ। ਸੋ ਆਪਾਂ ਨੂੰ ਇਸ ਵਿੱਚ ਸਿਟੀ ਸਕੈਨ ਕਰਾਉਣਾ ਚਾਹੀਦਾ, ਖਾਸ ਕਰਕੇ। ਚਲੋ ਮੈਂ ਦੱਸਾਂਗਾ ਵੀ ਕਿੱਥੇ ਕਿੱਥੇ ਸਿਟੀ ਸਕੈਨ ਆਪਾਂ ਕਰਾਉਣਾ ਹੈ, ਕਿੱਥੇ ਨਹੀਂ ਕਰਾਉਣਾ, ਆਪਾਂ ਡਿਸਕਸ ਕਰਾਂਗੇ ਅੱਗੇ। ਅਤੇ ਪਹਿਲਾਂ ਬਣਾ ਕੇ ਉਸ ਤੋਂ ਬਾਅਦ ਆਪਣਾ ਆ ਗਿਆ ਵੀ ਸਿਰ ਦੇ ਵਿੱਚ ਆਪਣੇ ਜ਼ਖਮ ਹੋ ਗਿਆ, ਹੈ ਨਾ, ਜਿੱਥੋਂ ਬਲੀਡਿੰਗ ਹੋ ਰਹੀ ਐਕਸੈਸਿਵ ਬਲੀਡਿੰਗ। ਸੋ ਉਹ ਆਪਾਂ ਨੂੰ ਉੱਥੇ ਟਾਂਕੇ ਲਵਾਉਣੇ ਚਾਹੀਦੇ ਹੈਗੇ, ਠੀਕ ਹੈ। ਹੁਣ ਆਪਣਾ ਨੈਕਸਟ ਟਾਈਮ ਹੈ ਵੀ ਸਿਟੀ ਸਕੈਨ ਕਿੱਥੇ ਕਰਾਈਏ ਡਾਕਟਰ ਸਾਹਿਬ ਅਸੀਂ, ਕਿਉਂਕਿ ਕਈ ਵਾਰ ਇੱਥੇ ਕਹਿੰਦੇ ਡਾਕਟਰ ਸਾਹਿਬ ਕੋਈ ਵੀ ਆਪਣਾ ਆਉਂਦਾ ਮਰੀਜ਼, ਹੈ ਨਾ, ਵੀ ਸਾਨੂੰ ਸਿਟੀ ਸਕੈਨ ਵਾਸਤੇ ਭੇਜਤਾ। ਸੋ ਸਿਰ ਦੀ ਸੱਟ ਵਾਸਤੇ ਕੁਝ ਇੰਡੀਕੇਸ਼ਨਸ ਹੁੰਦੀਆਂ ਜਿਹਦੇ 'ਚ ਆਪਾਂ ਕਹਿੰਦੇ ਹਾਂ ਵੀ ਜੇ ਆਪਾਂ ਨੂੰ ਇਸ ਪੇਸ਼ੈਂਟ ਦੀ ਸਿਟੀ ਸਕੈਨ ਕਰਾ ਲੈਣਾ ਚਾਹੀਦਾ। ਜਿਨ੍ਹਾਂ 'ਚ ਇੱਕ ਤਾਂ ਹੈਗਾ ਵੀ ਆਪਾਂ ਨੂੰ ਪੇਸ਼ੈਂਟ ਜਿਵੇਂ ਬੇਹੋਸ਼ ਹੋ ਗਿਆ, ਹੈ ਨਾ, ਉਹ ਕੁਛ ਟਾਈਮ ਲਈ ਬੇਹੋਸ਼ ਰਹਿੰਦਾ ਪਰਟੀਕੂਲਰਲੀ, ਜਾਂ ਫਿਰ ਪੇਸ਼ੈਂਟ ਆਪਾਂ ਨੂੰ ਕੰਪਲੇਨ ਕਰਦਾ ਵੀ ਮੇਰਾ ਜੀ ਸਿਰ ਦਰਦ ਹੋ ਹੀ ਜਾ ਰਿਹਾ ਸੱਟ ਵੱਜਣ ਤੋਂ ਬਾਅਦ, ਜਾਂ ਉਹਨੂੰ ਬਹੁਤ ਜ਼ਿਆਦਾ ਵੋਮਟਿੰਗ ਆ ਰਹੀ ਹੈ ਨਾ, ਜਾਂ ਪੇਸ਼ੈਂਟ ਨੂੰ ਸੀਜ਼ਰ ਆ ਰਿਹਾ, ਮਤਲਬ ਦੌਰਾ ਪੈ ਰਿਹਾ, ਠੀਕ ਹੈ। ਇਹ ਕੁਛ ਇਸ ਤਰ੍ਹਾਂ ਦੇ ਅਲਾਰਮਿੰਗ ਸਿੰਪਟਮ ਹੈ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਬਿਨਾਂ ਝਿਜਕ ਤੋਂ ਪਹਿਲਾਂ, ਸਭ ਤੋਂ ਪਹਿਲਾਂ ਉਹਨੂੰ ਫਸਟ ਏਡ ਦੇ ਕੇ ਪੇਸ਼ੈਂਟ ਨੂੰ ਸਿਟੀ ਸਕੈਨ ਵਾਸਤੇ ਭੇਜ ਦੇਣਾ ਚਾਹੀਦਾ ਹੈਗਾ। ਸੋ ਜਿਵੇਂ ਵੀ ਅੱਗੇ ਆਪਾਂ ਸਿਟੀ ਸਕੈਨ ਆਊਗਾ, ਫਿਰ ਉਹਦੀ ਆਪਾਂ ਅੱਗੇ ਫਾਈਂਡਿੰਗ ਡਿਸਕਸ ਕਰਾਂਗੇ। ਸੋ ਇਹ ਵਾਲਾ ਪਹਿਲਾਂ ਸੀ ਆਪਣਾ ਜਿਹੜਾ ਆਪਣਾ ਸਕਾਲਪ ਦੇ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਤੋਂ ਨੀਚੇ ਹੀ ਆਪਣੇ ਬੋਨ ਹੁੰਦੀ ਹੈਗੀ ਹੈ। ਸੋ ਬੋਨ ਦੇ ਵਿੱਚ ਵੀ ਸਿਮਿਲਰਲੀ ਜੇ ਤਾਂ ਫ੍ਰੈਕਚਰ ਹੁੰਦਾ, ਕਈ ਵਾਰ ਤਾਂ ਆਪਣਾ ਸੱਟ ਵੱਜਣ ਕਰਕੇ ਸਿਰਫ ਇੱਕ ਤੇੜ ਜਿਹੀ ਹੁੰਦੀ ਹੈ ਨਾ, ਜੇ ਆਪਾਂ ਕਹਿੰਦੇ ਹਾਂ ਵੀ ਫ੍ਰੈਕਚਰ ਹੈ, ਪਰ ਕੋਈ ਡਿਪਰੈਸ ਫ੍ਰੈਕਚਰ ਨਹੀਂ ਹੈ। ਬਟ ਕਈ ਵਾਰ ਕੀ ਹੈ ਵੀ ਹੱਡੀ ਦੇ ਕੁਛ ਟੁਕੜੇ ਟੁੱਟ ਕੇ ਇਹਦੇ ਅੰਦਰ ਬ੍ਰੇਨ 'ਚ ਧੱਸ ਜਾਂਦੇ ਆ, ਜਾਂ ਬਾਹਰ ਵੀ ਆ ਜਾਂਦੇ ਚਮੜੀ ਵਿੱਚ, ਉਹ ਆਪਣੇ ਹੈਗੇ ਕੰਪਾਊਂਡ ਫ੍ਰੈਕਚਰ ਕਹਿ ਸਕਦੇ ਹਾਂ, ਜਾਂ ਡਿਪਰੈਸ ਫ੍ਰੈਕਚਰ ਕਹਿ ਸਕਦੇ ਹਾਂ। ਉਸ ਤਰ੍ਹਾਂ ਦੇ ਵਿੱਚ ਜੇ ਆਪਾਂ ਨੂੰ ਹੁੰਦਾ ਵੀ ਇਹ ਸਿਟੀ ਸਕੈਨ ਤਾਂ ਆਪਾਂ ਨੂੰ ਪਤਾ ਲੱਗ ਜਾਏ ਵੀ ਇਹ ਕਿੰਨਾ ਕੁ ਆਪਣਾ ਅੰਦਰੂਨੀ ਚੋਟ ਹੈਗੇ ਆ। ਉਸ ਕੇਸ ਵਿੱਚ ਕਈ ਵਾਰ ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ ਨਾ। ਸੋ ਉਹ ਡਿਸਾਈਡ ਕਰਦਾ ਹੈਗਾ, ਸਰਜਨ ਹੀ ਡਿਸਾਈਡ ਕਰਦਾ ਵੀ ਇਹ ਆਪਾਂ ਨੂੰ ਕੀ ਕਰਨਾ। ਇਸ ਤੋਂ ਬਾਅਦ ਆਪਣਾ ਕਿ ਬ੍ਰੇਨ, ਇਹਦੇ ਨੀਚੇ ਹੀ, ਕਿਉਂਕਿ ਆਪਣੀ ਬੋਨ ਦੇ ਨੀਚੇ ਆਪਣਾ ਬ੍ਰੇਨ ਆ ਜਾਂਦਾ। ਸੋ ਬ੍ਰੇਨ ਦੇ ਵਿੱਚ ਕਈ ਤਰ੍ਹਾਂ ਦੀਆਂ ਸੱਟਾਂ ਵੱਜ ਸਕਦੀਆਂ ਹੈਗੀਆਂ। ਸਭ ਤੋਂ ਪਹਿਲੀ ਸੱਟ ਹੁੰਦਾ ਵੀ ਆਪਾਂ ਕਹਿੰਦੇ ਆਮ ਸੁਣਦੇ ਵੀ ਸੱਟ ਵੱਜਣ ਤੋਂ ਬਾਅਦ ਵੀ ਸਿਰ 'ਚ ਕਲੌਟ ਬਣ ਗਏ, ਹੈ ਨਾ। ਸੋ ਕਲੌਟ ਦੀਆਂ ਅੱਗੇ ਟਾਈਪਸ ਆਪਾਂ ਡਿਸਕਸ ਕਰਾਂਗੇ ਉਹਨੀ। ਇੱਕ ਤਾਂ ਇਹ ਹੋ ਗਿਆ, ਕਈ ਵਾਰ ਹੁੰਦਾ ਵੀ ਜੀ ਸੱਟ ਤਾਂ ਵੱਜੀ ਹੈ ਪਰ ਕਲੌਟ ਨਹੀਂ ਬਣੇ, ਪਰ ਬ੍ਰੇਨ ਨੂੰ ਬਹੁਤ ਜ਼ਿਆਦਾ ਸੋਜਾ ਆ ਗਿਆ, ਅਤੇ ਇਹ ਦੂਜੀ ਕਿਸਮ ਹੋ ਗਈ। ਕਈ ਵਾਰ ਹੁੰਦਾ ਵੀ ਬ੍ਰੇਨ ਬਿਲਕੁਲ ਨੋਰਮਲ ਦਿਖਦਾ ਹੈਗਾ ਕਿ ਪੇਸ਼ੈਂਟ ਸਕੈਨ ਦੇ ਵਿੱਚ, ਹੈ ਨਾ, ਪਰ ਪੇਸ਼ੈਂਟ ਜਿਹੜਾ ਹੈਗਾ ਬਹੁਤ ਇਰੀਟੇਬਲ ਹੁੰਦਾ, ਹੈ ਨਾ, ਅਤੇ ਉਹ ਆਪਾਂ ਤੀਜੀ ਡਿਸਕਸ ਕਰਾਂਗੇ। ਸੋ ਪਹਿਲਾਂ ਆਪਾਂ ਹੈਮਾਟੋਮਾ ਡਿਸਕਸ ਕਰ ਲਈਏ।
ਹੈਮਾਟੋਮਾ ਦੇ ਵਿੱਚ ਜਿਹੜਾ ਸਭ ਤੋਂ ਆਮ ਤੌਰ ਤੇ ਹੈਡ ਇੰਜਰੀ ਹੁੰਦਾ ਹੈਗਾ, ਉਹ 3-4 ਫਾਰਮ ਦੇ ਹੋ ਸਕਦੇ। ਇੱਕ ਤਾਂ ਆਪਾਂ ਕਹਿੰਦੇ ਐਕਸਟਰਾਡੂਰਲ ਹੈਮਾਟੋਮਾ, ਦੈਟ ਇਜ਼ ਕਾਲਡ EDH, ਹੈ ਨਾ। ਉਹ ਇੱਕ ਆਪਣੀ ਜਿਵੇਂ ਖੂਨ ਦੀਆਂ ਨਾੜੀਆਂ ਹੁੰਦੀਆਂ ਹੈਗੀਆਂ, ਇੱਕ ਤਾਂ ਹੁੰਦੇ ਵੀ ਖੂਨ ਜਿਹੜੇ ਲੈ ਕੇ ਜਾਂਦੀਆਂ ਨਾੜੀਆਂ ਸਪਲਾਈ ਕਰਦੀਆਂ ਆਰਟਰੀਅਲਸ ਹੁੰਦੀਆਂ, ਇੱਕ ਵੇਨ ਜਿਹੜੇ ਖੂਨ ਵਾਪਸ ਲੈ ਕੇ ਜਾਂਦੇ ਆ। ਜਿਹੜਾ ਆਪਣਾ EDH ਹੁੰਦਾ, ਐਕਸਟਰਾਡੂਰਲ ਹੈਮਾਟੋਮਾ ਹੁੰਦਾ, ਉਹਦੇ ਵਿੱਚ ਕੀ ਹੈ ਵੀ ਆਪਣੀ ਜਿਹੜੀ ਨਾੜੀ ਖੂਨ ਦੀ ਸਪਲਾਈ ਕਰਦੀ ਹੈ ਉਹ ਫਟ ਜਾਂਦੀ ਹੈ। ਸੋ ਕਿਉਂਕਿ ਆਪਣਾ ਖੂਨ ਦਾ ਫਲੋ ਬ੍ਰੇਨ 'ਚ ਬਹੁਤ ਜ਼ਿਆਦਾ ਹੁੰਦਾ, ਸੋ ਇੱਕੋ ਲਖਤ ਉਹਨੇ ਫਟ ਜਾਣਾ ਤੇ ਬ੍ਰੇਨ ਦੇ ਵਿੱਚ ਚਲਾ ਕੇ ਐਡਾ ਹੈਮਾਟੋਮਾ ਬਣਾ ਜਾਂਦੇ, ਪੇਸ਼ੈਂਟ ਨਿਕਲਾ ਤਾਂ ਬੇਹੋਸ਼ ਹੋ ਜਾਂਦਾ। ਠੀਕ ਹੈ, ਸੋ ਉਹਦਾ ਆਪਾਂ ਨੂੰ ਇਮੀਡੀਏਟ ਹੀ ਸਕੈਨ ਤੋਂ ਬਾਅਦ ਆਪਰੇਸ਼ਨ ਕਰਵਾਉਣਾ ਚਾਹੀਦਾ ਜੇ ਉਹਦੀ ਕੁਆਂਟੀਟੀ ਕੁਝ ਜ਼ਿਆਦਾ ਹੁੰਦੀ ਹੈ। ਸੋ ਇਹ 'ਚ ਅਸੀਂ ਕੁਝ ਪੈਰਾਮੀਟਰ ਹੁੰਦੇ ਜਿਹੜੇ ਅਸੀਂ ਮੌਕੇ 'ਤੇ ਅਸੈਸ ਕਰਦੇ ਹੈਗੇ ਹਾਂ। ਦੂਜਾ ਇਸ ਤੋਂ ਬਾਅਦ ਆਉਂਦਾ ਨੂੰ ਸਬਡੂਰਲ, ਜਿਹੜਾ ਉਸ ਤੋਂ ਨੀਚੇ ਵੀ ਬ੍ਰੇਨ ਦੇ ਇੱਕ ਪਰਤ ਹੁੰਦੀ ਹੈ ਜਿਹਨੂੰ ਆਪਾਂ ਡੂਰਾ ਕਹਿੰਦੇ ਹਾਂ, ਉਹਦੀ ਪਰਤ ਦੇ ਨੀਚੇ ਉਹਨੂੰ ਕਹਿੰਦੇ ਸਬਡੂਰਲ। ਉਸ ਦੇ ਕੇਸ ਦੇ ਵਿੱਚ ਆਪਣੀਆਂ ਜਿਹੜੀਆਂ ਹੁੰਦੀਆਂ ਖੂਨ ਵਾਪਸ ਲੈ ਕੇ ਆਉਣ ਵਾਲੀਆਂ ਨਾੜਾਂ ਉਹ ਫਟਦੀਆਂ ਆਮ ਤੌਰ 'ਤੇ। ਠੀਕ ਹੈ, ਸੋ ਉਹਦੇ 'ਚ ਥੋੜ੍ਹਾ ਆਪਾਂ ਨੂੰ ਟਾਈਮ ਮਿਲ ਜਾਂਦਾ ਹੈਗਾ, ਪਰ ਉਹਦੇ ਵਿੱਚ ਵੀ ਜੇ ਪੇਸ਼ੈਂਟ ਦਾ ਹਾਲਤ ਬਹੁਤ ਗੰਭੀਰ ਹੈ ਨਾ, ਮਿਡ ਲਾਈਨ ਸ਼ਿਫਟ ਆ ਰਹੀ ਹੈ, ਤਾਂ ਆਪਾਂ ਨੂੰ ਇਮੀਡੀਏਟ ਸਰਜਰੀ ਕਰਨੀ ਪੈਂਦੀ। ਇਸ ਤੋਂ ਬਾਅਦ ਜਿਹੜੀ ਤੀਜੀ ਹੁੰਦੀ ਹੈ ਜਿਹੜੀ ਆਪਣੇ ਬ੍ਰੇਨ ਦੇ ਨਾਲ ਮਿਕਸ ਹੁੰਦੀ ਹੈ, ਕੰਡਿਊਜ਼ਨ ਹੁੰਦੀ ਹੈ। ਮਤਲਬ ਜੀ ਕਿ ਵੀ ਆਪਣਾ ਇੱਕ ਬ੍ਰੇਨ ਦਾ ਕੁਛ ਹਿੱਸਾ ਖਰਾਬ ਹੋ ਗਿਆ, ਗਲ ਗਿਆ, ਹੈ ਨਾ, ਅਤੇ ਨਾਲ ਬਲੱਡ ਫੈਲ ਗਿਆ, ਉਹਨੂੰ ਆਪਾਂ ਕੰਡਿਊਜ਼ਨ ਕਹਿੰਦੇ ਹਾਂ। ਠੀਕ ਹੈ, ਉਹਦੇ ਵਿੱਚ ਵੀ ਡਿਪੈਂਡ ਕਰਦਾ ਵੀ ਕਿੰਨੀ ਕੰਡਿਊਜ਼ਨ ਦਾ ਸਾਈਜ਼ ਹੈ, ਕਿਸ ਏਰੀਆ ਨੂੰ ਇਨਵੋਲਵ ਕਰਦਾ ਹੈਗਾ। ਸੋ ਉਸ ਦੇ ਅਕੋਰਡਿੰਗਲੀ ਆਪਾਂ ਅੱਗੇ ਪੇਸ਼ੈਂਟ ਦੱਸਦੇ ਵੀ ਸਰਜਰੀ ਲੋੜ ਹੈ ਕਿ ਨਹੀਂ ਹੈ। ਫਿਰ ਇਸ ਤੋਂ ਇੱਕ ਹੁੰਦਾ SAH, ਜਿਹਦੇ ਵਿੱਚ ਕਿ ਬਲੱਡ ਦੇ ਕੁਝ ਕਲੌਟ ਡਿਸਟਰੀਬਿਊਟ ਹੋ ਜਾਂਦੇ ਆ। ਉਹ ਵੀ ਆਪਾਂ ਨੂੰ CT ਸਕੈਨ 'ਤੇ ਹੀ ਡਿਟਰਮਿਨ ਕਰਨਾ ਪੈਂਦਾ ਵੀ ਇਹ ਅੱਗੇ ਕੀ ਫਰਦਰ ਪਲਾਨ ਆਫ ਟਰੀਟਮੈਂਟ ਰਹੇਗਾ। ਸੋ ਇਹ ਆਪਣੇ ਆ ਗਏ ਹੈਮਾਟੋਮਾਸ। ਠੀਕ ਹੈ ਜੀ, ਇੱਕ ਡਿਫਿਊਜ਼ ਅਡੀਮਾ ਹੁੰਦਾ, ਜਿਵੇਂ ਆਪਣੇ ਸੋਜਾ ਆ ਗਿਆ ਬ੍ਰੇਨ ਦੇ ਵਿੱਚ, ਉਹ ਪੇਸ਼ੈਂਟ ਇੰਨਾ ਜ਼ਿਆਦਾ ਮਤਲਬ ਸੋਜਾ ਆਉਣ ਕਰਕੇ ਸਿਰ ਦੁਖਦਾ ਹੈ, ਉਲਟੀਆਂ ਕਰਦਾ ਹੈਗਾ। ਉਸ ਵਾਸਤੇ ਫਿਰ ਅਸੀਂ ਕੁਝ ਆਪਣੇ ਕੋਲ ਹੈਗੀਆਂ ਕੁਝ ਦਵਾਈਆਂ ਹੁੰਦੀਆਂ ਹੈਗੀਆਂ, ਅਸੀਂ ਉਹ ਦਿੰਦੇ ਹੈਗੇ ਆ। ਦੈਟ ਇਜ਼ ਹਾਈਪਰੋਸਮੋਲਰ ਥੈਰੇਪੀ ਹੁੰਦੀ ਹੈ, ਉਹ ਸੋਜਾ ਘਟਾਉਣ ਵਾਸਤੇ ਯੂਜ਼ ਕਰਦੇ ਆ। ਕਈ ਵਾਰ ਸਾਨੂੰ ਪੇਸ਼ੈਂਟ ਨੂੰ ਵੈਂਟੀਲੇਟਰ 'ਤੇ ਵੀ ਰੱਖਣਾ ਪੈਂਦਾ ਤਾਂ ਕਿ ਸੋਜਾ ਜ਼ਿਆਦਾ ਨਾ ਆਵੇ। ਠੀਕ ਹੈ, ਇਹ ਆਪਣਾ ਦੂਸਰਾ ਟਾਈਪ ਆ ਗਿਆ। ਇੱਕ ਹੁੰਦਾ ਡਿਫਿਊਜ਼ ਐਗਜ਼ੂਨਲ ਇੰਜਰੀ, ਜਿਹਦੇ ਵਿੱਚ ਪੇਸ਼ੈਂਟ ਬਹੁਤ ਇਰੀਟੇਬਲ ਹੁੰਦਾ ਹੈਗਾ ਅਤੇ ਆਪਾਂ ਨੂੰ CT ਸਕੈਨ ਦੇ ਵਿੱਚ ਵੀ ਕੁਛ ਨਹੀਂ ਦਿਖਦਾ ਹੈਗਾ, ਹੈ ਨਾ, ਪਰ ਪੇਸ਼ੈਂਟ 2-3 ਦਿਨਾਂ ਤੱਕ ਕੰਟੀਨਿਊਸਲੀ ਬੇਹੋਸ਼ ਰਹਿੰਦਾ ਹੈ ਨਾ। ਉਹਨੂੰ ਆਪਾਂ ਕਹਿੰਦੇ ਉਹਦੇ 'ਚ ਹੁੰਦਾ ਕਿ ਇਹ ਬੇਸਿਕਲੀ ਆਪਣੀਆਂ ਬ੍ਰੇਨ ਦੀਆਂ ਨਿਊਰੋਨਸ ਹੁੰਦੇ ਆ, ਉਹ ਘੁੰਮ ਜਾਂਦੇ ਆ, ਮਤਲਬ ਉਹਨਾਂ ਦੀ ਸਟ੍ਰੈਸ ਇੰਜਰੀ ਹੋ ਜਾਂਦੀ ਹੈ, ਸਟ੍ਰੈਸ ਹੋ ਜਾਂਦਾ, ਇੱਕ ਟਵਿਸਟ ਹੋ ਜਾਂਦੇ ਆ, ਹੈ ਨਾ। ਦੈਟ ਇਜ਼ ਕਾਲਡ ਡਿਫਿਊਜ਼ ਐਗਜ਼ੂਨਲ ਇੰਜਰੀ। ਇਹ ਜਿਹੜੇ ਤਿੰਨ ਆਪਾਂ ਡਿਸਕਸ ਕੀਤੀਆਂ ਟਾਈਪਸ, ਇਹ ਮੈਜੋਰਟੀ ਆਫ ਜਿਹੜੀਆਂ ਹੈਡ ਇੰਜਰੀ ਨੂੰ ਇਹ ਡਿਵਾਈਡ ਕਰ ਦਿੰਦੇ ਹੈਗੇ ਆ। ਬਾਕੀ ਇਹਨੂੰ ਹੋਰ ਆਪਾਂ ਤਰੀਕੇ ਨਾਲ ਡਿਵਾਈਡ ਕਰ ਸਕਦੇ ਹਾਂ ਵੀ ਇੱਕ ਆਪਣੀ ਬਲੰਟ ਇੰਜਰੀ ਹੋ ਗਈ, ਜਿਵੇਂ ਆਪਾਂ ਨੂੰ ਦੈਟ ਇਜ਼ ਸੈਕਿੰਡ ਟਾਈਪ, ਕੋਈ ਸੱਟ ਵੱਜੀ, ਹੈ ਨਾ, ਕੋਈ ਮੋਟੀ ਜਿਹੀ ਵੱਜੀ ਹੈ। ਇੱਕ ਪੈਨੀਟ੍ਰੇਟਿੰਗ ਇੰਜਰੀ ਹੈ, ਜਿਵੇਂ ਕੋਈ ਗੋਲੀ ਵੱਜੀ, ਚਾਕੂ ਵੱਜਿਆ, ਹੈ ਨਾ, ਉਹ ਆਪਾਂ ਵਿੱਚ ਧੱਸ ਜਾਂਦਾ ਹੈ ਨਾ, ਉਹ ਪੈਨੀਟ੍ਰੇਟਿੰਗ ਇੰਜਰੀ। ਸੋ ਇਹ ਡਿਫਰੈਂਟ ਟਾਈਪ ਆਪਣੀ ਹੋ ਗਈ ਡਿਵੀਜ਼ਨ। ਹੁਣ ਜਦੋਂ ਵੀ ਆਪਣੀ ਹੈਡ ਇੰਜਰੀ ਹੁੰਦੀ ਹੈਗੀ, ਹੈ ਨਾ, ਸੋ ਇਹਦੇ 'ਚ ਆਪਾਂ ਕੀ ਪ੍ਰੋਟੋਕੋਲ ਹੁੰਦਾ ਹੈਗਾ, ਹੈ ਨਾ, ਆਪਾਂ ਕਰਨਾ ਕੀ ਹੈ। ਸਭ ਤੋਂ ਪਹਿਲਾਂ ਜਿੱਥੇ ਵੀ ਹੈਡ ਇੰਜਰੀ ਹੁੰਦੀ ਹੈਗੀ ਉਹ ਪੇਸ਼ੈਂਟ ਨੂੰ ਆਪਾਂ ਨੂੰ ਫਸਟ ਆਫ ਆਲ ਤਾਂ ਉਹਨੂੰ ਫਸਟ ਏਡ ਦੇਣੀ ਚਾਹੀਦੀ ਹੈਗੀ ਹੈ ਨਾ। ਫਸਟ ਏਡ ਦੇ ਵਿੱਚ ਆਪਾਂ ਏਅਰਵੇ ਆਪਣੀ ਜਿਹੜੀ ਸਾਹ ਲੈਣ ਦੀ, ਹੈ ਨਾ, ਇਹ ਮੇਨਟੇਨ ਕਰਦੇ ਹਾਂ, ਬਰੀਥਿੰਗ ਅਤੇ ਸਰਕੂਲੇਸ਼ਨ, ਤਿੰਨ ਚੀਜ਼ਾਂ ABC ਆਪਾਂ ਕਹਿ ਸਕਦੇ ਹਾਂ ਇਹਨੂੰ, ਹੈ ਨਾ। ਸਭ ਤੋਂ ਪਹਿਲਾਂ ਆਪਾਂ ਦੇਖਣਾ ਵੀ ਪੇਸ਼ੈਂਟ ਸਾਹ ਕਿੰਨਾ ਲੈ ਰਿਹਾ, ਕਿੰਨੀ ਆਕਸੀਜਨ ਜਾ ਰਹੀ ਹੈ, ਉਹ ਨਹੀਂ ਆ ਰਹੀ। ਕਈ ਵਾਰ ਕੀ ਹੁੰਦਾ ਵੀ ਜਿਵੇਂ ਆਪਣਾ ਆਕਸੀਜਨ ਪੂਰੀ ਨਹੀਂ ਪਹੁੰਚ ਰਹੀ ਹੈਗੀ, ਜਾਂ ਮੂੰਹ ਦੇ ਵਿੱਚ ਉਹਦੇ ਕਲੌਟਸ ਹੈਗੇ, ਜਾਂ ਵੋਮਿਟ ਕਰ ਜਾਂਦਾ ਹੈਗਾ, ਉਹ ਸਾਫ਼ ਕਰਕੇ ਆਪਾਂ ਨੂੰ ਉਹ ਮੇਨਟੇਨ ਕਰਨੀ ਚਾਹੀਦੀ ਹੈਗੀ ਹੈ। ਫਿਰ ਉਹਦਾ ਦੇਖਣਾ ਬਰੀਥਿੰਗ ਪੈਟਰਨ ਕਿਸ ਤਰ੍ਹਾਂ ਦਾ ਹੈਗਾ, ਵੀ ਉਹ ਸਾਹ ਲੈ ਰਿਹਾ, ਜੇ ਨਹੀਂ ਲੈ ਰਿਹਾ ਫਿਰ ਆਪਾਂ ਨੂੰ ਕਈ ਵਾਰ ਉਹਨੂੰ ਇੰਟੀਬੇਟ ਕਰਨਾ ਪੈਂਦਾ ਵੀ ਸਾਹ ਆਪਾਂ ਇੱਕ ਹੁੰਦੀ ਪਾਈਪ ਪਾ ਦਿੰਦੇ ਗਲੇ ਵਿੱਚ, ਜਿਹੜਾ ਛੱਤ ਤੱਕ ਜਾਂਦੀ ਹੈ, ਫਿਰ ਉਹ ਇੰਟੀਬੇਟ ਕਰਦੇ ਹਾਂ ਆਪਾਂ ਨੂੰ। ਠੀਕ ਹੈ, ਇਸ ਤਰ੍ਹਾਂ ਹੀ ਸਰਕੂਲੇਸ਼ਨ ਹੈ। ਸਰਕੂਲੇਸ਼ਨ ਦੇ ਵਿੱਚ ਦੇਖਣਾ ਵੀ BP ਕਿੰਨਾ ਹੈ, ਘੱਟ ਹੈ, ਵੱਧ ਹੈ। ਕਈ ਵਾਰ ਆਪਣਾ ਸਿਰ ਦੀ ਸੱਟ ਵਾਲੇ ਮਰੀਜ਼ਾਂ ਦੇ ਹੋਰ ਤਰ੍ਹਾਂ ਸੱਟਾਂ ਵੱਜੀਆਂ ਹੁੰਦੀਆਂ, ਮਤਲਬ ਜਿਵੇਂ ਪੇਟ ਦੇ ਵਿੱਚ ਸੱਟ ਵੱਜੀ ਹੈ, ਲੱਤ ਦੀ ਫ੍ਰੈਕਚਰ ਹੋ ਗਿਆ, ਹੈ ਨਾ, ਉੱਥੋਂ ਬਹੁਤ ਜ਼ਿਆਦਾ ਐਕਸੈਸਿਵਲੀ ਬਲੱਡ ਲਾਸ ਹੋ ਜਾਂਦਾ ਉਹਨਾਂ ਪੇਸ਼ੈਂਟ ਦਾ। ਸੋ ਜੇ ਹੁਣ ਉਸ ਕਰਕੇ ਲਾਸ ਹੋਣ ਕਰਕੇ ਬਲੱਡ ਆਪਣਾ ਘੱਟ ਹੈ ਨਾ, ਤਾਂ ਆਪਾਂ ਨੂੰ ਉਹਨੂੰ ਪੇਸ਼ੈਂਟ ਨੂੰ ਸਰਕੂਲੇਸ਼ਨ ਬਣਾਉਣ ਵਾਸਤੇ ਆਪਾਂ ਨੂੰ ਪਹਿਲਾਂ ਫਲੂਇਡ ਦੇਣਾ ਚਾਹੀਦਾ ਹੈ। ਕਈ ਵਾਰ ਬਲੱਡ ਦੀ ਵੀ ਲੋੜ ਪੈਂਦੀ ਹੈ। ਸੋ ਇਹ 3-4 ਚੀਜ਼ਾਂ ਜਿਹੜੀਆਂ ਹੈਗੀਆਂ ਆਪਾਂ ਨੂੰ ABC ਜਿਹਨੇ ਕਹਿੰਦੇ ਆਪਾਂ, ਇਹ ਤਾਂ ਬਹੁਤ ਹੀ ਹਰ ਇੱਕ ਪੇਸ਼ੈਂਟ ਨੂੰ, ਹਰ ਟਰਾਮਾ ਦੇ ਪੇਸ਼ੈਂਟ, ਨੋਟ ਈਵਨ ਹੈਡ ਇੰਜਰੀ, ਉਹਨੂੰ ਸਾਰਾ ਚੀਜ਼ ਦੇਖਣੀ ਪੈਂਦੀ ਆਪਾਂ ਨੂੰ। ਬਿਲਕੁਲ ਡਾਕਟਰ ਸਾਹਿਬ, ਇਹ ਬੜੀ ਤੁਸੀਂ ਗੱਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਹੈ ਕਿ ਫਸਟ ਏਡ ਦੇ ਤੌਰ 'ਤੇ ਪੇਸ਼ੈਂਟ ਨੂੰ ਦੇਖਣਾ ਕੀ ਚਾਹੀਦਾ। ਪਰ ਸਭ ਤੋਂ ਵੱਡੀ ਗਲਤੀ ਹੈ ਜਿਹੜੀ ਪੇਸ਼ੈਂਟ ਦੇ ਆਲੇ ਦੁਆਲੇ ਦੇ ਲੋਕ ਕੀ ਕਰ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ। ਇਹ ਜਾਣਕਾਰੀ ਤੋਂ ਪਤਾ ਲੱਗੇਗਾ ਮੋਸਟਲੀ, ਬਟ ਪਤਾ ਹੀ ਨਹੀਂ ਲੱਗਦਾ ਵੀ ਆਖਿਰ ਜਾਣਾ ਕਿਸ ਕੋਲ ਹੈ। ਅਤੇ ਇਹ ਜਿਹੜੀ ਹੈਡ ਦੀ ਇੰਜਰੀ ਦੀ ਜੇਕਰ ਗੱਲ ਕੀਤੀ ਜਾਵੇ, ਦਿਮਾਗ ਹੈ ਜਾਂ ਮੈਂ ਕਹਾਂ ਕਿ ਇਹ ਜੀ ਮਸ਼ੀਨ ਹੈ, ਇਹਦਾ ਸਮੇਂ 'ਤੇ ਇਲਾਜ ਨਹੀਂ ਹੋਊਗਾ ਤਾਂ ਪਰੇਸ਼ਾਨੀਆਂ ਵਧਣਗੀਆਂ। ਸੋ ਇਸ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਕਈ ਵਾਰ ਹੁੰਦਾ ਕਿ ਆਪਾਂ ਕਿਸੇ ਦੂਸਰੇ ਕੋਲ ਲੈ ਗਏ, MD ਕੋਲ ਲੈ ਗਏ, ਕਈ ਹੱਡੀਆਂ ਵਾਲੇ ਕੋਲ ਲੈ ਜਾਂਦੇ ਨੇ ਵੀ ਕਰੈਕ ਹੋਇਆ, ਤੁਹਾਡੇ ਵਾਲੀ ਗੱਲ ਕੀ ਸਕੈਨ, ਮਤਲਬ ਇਹ ਕਿੰਨਾ ਜ਼ਰੂਰੀ ਹੁੰਦਾ ਕਿ ਸੱਟ ਤੋਂ ਬਾਅਦ ਕਿੰਨਾ ਜਲਦੀ ਡਾਕਟਰ ਚੂਜ਼ ਕਰਨਾ ਹੁੰਦਾ। ਬਿਲਕੁਲ, ਹੁਣ ਇਹਦੇ 'ਚ ਆਪਾਂ ਲੱਗ ਚੱਲੀਏ, ਹੈ ਨਾ, ਜੇ ਆਪਾਂ ਸਿਰ ਦੀ ਸੱਟ ਹੈ, ਪੇਸ਼ੈਂਟ ਹੋਸ਼ ਦੇ ਵਿੱਚ ਹੈਗੇ, ਤਾਂ ਆਪਾਂ ਕੋਈ ਵੀ ਨੇੜੇ ਤੇੜਾ ਡਾਕਟਰ ਉਹਨੂੰ ਦਿਖਾ ਸਕਦੇ ਹਾਂ। ਪਰ ਜਿਹੜਾ ਨਿਊਰੋ ਸਰਜਨ ਹੈ, ਇੱਕ ਜਿਹੜਾ ਸਿਰ ਦੀ ਸੱਟ ਨਾਲ ਮਾਹਰ ਹੈ, ਉਹ ਸਿਰਫ ਇੱਕੋ ਹੀ ਡਿਪਾਰਟਮੈਂਟ ਹੈ ਨਿਊਰੋ ਸਰਜਰੀ ਦਾ। ਹੋਰ ਕੋਈ ਵੀ ਇਸ ਤਰ੍ਹਾਂ ਦਾ ਐਕਸਪਰਟ ਡਾਕਟਰ ਨਹੀਂ ਹੁੰਦਾ ਜਿਹੜਾ ਸਿਰ ਦੀ ਸੱਟ ਨੂੰ ਦੇ ਪੇਸ਼ੈਂਟ ਨੂੰ ਸੰਭਾਲ ਸਕਦਾ ਹੋਵੇ। ਆਪਾਂ ਨੂੰ ਪਤਾ ਵੀ ਆਪਾਂ ਕੱਪੜਾ ਲੈਣਾ, ਆਪਾਂ ਕੱਪੜੇ ਦੀ ਦੁਕਾਨ 'ਤੇ ਚਲੇ ਜਾਣਾ, ਆਪਾਂ ਫਰੂਟਸ ਲੈਣੇ ਤਾਂ ਫਰੂਟਸ ਦੀ ਸ਼ਾਪ 'ਤੇ ਚਲੇ ਜਾਂਦੇ ਹਾਂ। ਬਟ ਆਪਣੇ ਲੋਕਾਂ 'ਤੇ ਇਹ ਬੜੀ ਹੀ
ਭੁੱਲ ਹੈਗੀ ਹੈ ਜਾਂ ਨਹੀਂ ਪਤਾ ਵੀ ਜੇ ਆਪਾਂ ਨੂੰ ਸਿਰ ਦੀ ਸੱਟ ਹੈ ਤਾਂ ਕਿੱਥੇ ਜਾਣਾ ਹੈ। ਪਹਿਲਾਂ ਤਾਂ ਉੱਥੇ ਲੋਕਲ ਤੋਂ ਹੀ ਦਵਾਈਆਂ ਲਈ ਜਾਂਦੇ ਹੈ ਨਾ, ਫਿਰ ਉਹ ਜਾ ਕੇ ਕਿਸੇ ਸਿਟੀ 'ਚ ਜਾਂਦੇ ਆ, ਜਿਹੜੇ ਵਿਚਾਰੇ ਸਿਵਲ ਹਸਪੀਟਲ ਦੇ ਡਾਕਟਰ ਹੈਗੇ ਉਹਨਾਂ ਨੂੰ ਦਿਖਾਉਂਦੇ ਹੈਗੇ। ਬਟ ਉਹ ਜਿਹੜਾ ਉਸ ਟਾਈਮ ਦੇ ਲਈ ਉਹ ਕਿਉਂਕਿ ਨਾ ਇਹਦੇ ਸਿਰ ਦੀ ਸੱਟ ਵਿੱਚ ਇੱਕ 4 ਤੋਂ ਲੈ ਕੇ 6 ਘੰਟੇ ਦਾ ਗੋਲਡਨ ਟਾਈਮ ਹੁੰਦਾ ਹੈਗਾ। ਉਹ ਜਦੋਂ ਆਪਾਂ ਮਿਸ ਕਰ ਲੈਂਦੇ ਹਾਂ ਨਾ, ਫਿਰ ਮਤਲਬ ਪੇਸ਼ੈਂਟ ਦੇ ਵਿੱਚ ਹੈਮਾਟੋਮਾ ਹੈਗਾ, ਆਪਾਂ 6 ਘੰਟੇ ਇੱਧਰ ਘੁੰਮਦੇ ਗੁਜ਼ਾਰ ਲਈਏ, ਫਿਰ ਉਹ ਆਪਣੇ ਕੋਲੇ ਮੇਰੇ ਕੋਲ ਪਹੁੰਚਦੇ ਆ, ਔਰ ਦੈਟ ਟਾਈਮ ਪੇਸ਼ੈਂਟ ਦਾ ਬ੍ਰੇਨ ਡੈਡ ਹੋ ਗਿਆ ਹੁੰਦਾ। ਸੋ ਇਹਦੇ 'ਚ ਜ਼ਰੂਰੀ ਹੈ ਵੀ ਜਦੋਂ ਵੀ ਆਪਾਂ ਨੂੰ ਸਿਰ ਦੀ ਸੱਟ ਬਣਦੀ ਹੈ ਜਾਂ ਆਪਣਾ ਪੇਸ਼ੈਂਟ ਸੀਰੀਅਸ ਹੈਗਾ, ਆਪਾਂ ਪਰਟੀਕੂਲਰਲੀ ਕਿਸੇ ਵੀ ਨਿਊਰੋ ਸਰਜਨ ਕੋਲ ਜਾਈਏ ਹੈ ਨਾ, ਤਾਂ ਕਿ ਉਹ ਤੁਹਾਨੂੰ ਪ੍ਰੋਪਰਲੀ ਗਾਈਡ ਕਰ ਸਕੇ, ਤੁਹਾਨੂੰ ਦੱਸ ਸਕੇ ਵੀ ਇਹ ਪੇਸ਼ੈਂਟ ਨੂੰ ਆਪਰੇਸ਼ਨ ਦੀ ਲੋੜ ਹੈ। ਅਤੇ ਬਿਨਾਂ ਜੇ ਪੇਸ਼ੈਂਟ ਨੂੰ ਕੋਈ ਵੀ ਡਾਕਟਰ ਤੁਹਾਨੂੰ ਨਿਊਰੋ ਸਰਜਨ ਦੱਸ ਰਿਹਾ ਵੀ ਆਪਰੇਸ਼ਨ ਦੀ ਲੋੜ ਹੈ, ਤਾਂ ਆਪਾਂ ਨੂੰ ਬਿਨਾਂ ਸੋਚੇ ਆਪਰੇਸ਼ਨ ਵਾਸਤੇ ਜਲਦੀ ਤੋਂ ਜਲਦੀ ਹਾਂ ਕਰ ਦੇਣੀ ਹੈਗੀ ਚਾਹੀਦੀ ਹੈ। ਕਿਉਂਕਿ ਜਿਹੜੇ 6 ਘੰਟੇ ਦਾ ਟਾਈਮ ਜਿਹੜਾ ਨਿਕਲ ਜਾਂਦਾ, ਫਿਰ ਤੁਸੀਂ ਉਹਦੇ ਬਾਅਦ 'ਚ ਕੋਈ ਚਲੋ ਵੀ ਡਾਕਟਰ ਸਾਹਿਬ ਆਪਰੇਸ਼ਨ ਕਰਦਾ, ਆਪਾਂ ਨੂੰ ਉਹ ਰਿਜ਼ਲਟ ਨਹੀਂ ਮਿਲਦੇ। ਸੋ ਇੱਕ ਗੋਲਡਨ ਟਾਈਮ ਹੁੰਦਾ। ਮੈਂ ਹੀ ਆਪਣੇ ਦਰਸ਼ਕਾਂ ਨੂੰ ਇਹ ਕਹਿਣਾ ਵੀ ਜੇ ਆਪਾਂ ਨੂੰ ਸਿਰ ਦੀ ਸੱਟ ਵੱਜੀ ਹੈਗੀ ਹੈ, ਪੇਸ਼ੈਂਟ ਮਨ ਸੀਰੀਅਸ ਹੈਗਾ, ਉਹਨੂੰ ਜਲਦੀ ਤੋਂ ਜਲਦੀ ਉਸ ਸੈਂਟਰ 'ਚ ਲੈ ਕੇ ਚੱਲੋ ਜਿੱਥੇ ਕਿ ਜਲਦੀ ਤੋਂ ਜਲਦੀ ਕੇਸ ਸੈਂਟਲ ਹੋ ਜੇ, ਇੱਕ ਨਿਊਰੋ ਸਰਜਨ ਹੋਵੇ ਜਿਹੜਾ ਕਿ ਚੀਜ਼ਾਂ ਟਾਈਮਲੀ ਟੈਕਲ ਕਰ ਲਈ ਅਤੇ ਤੁਹਾਨੂੰ ਗਾਈਡ ਕਰੇ। ਬਿਲਕੁਲ ਪ੍ਰੋਸੈਸ ਦੀ ਵੀ ਗੱਲ ਕਰ ਲਈ ਸੀਗੀ, ਤੁਸੀਂ ਇਹਦੀਆਂ ਕਿਸਮਾਂ ਵੀ ਦੱਸੀਆਂ। ਹੁਣ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ, ਸਭ ਤੋਂ ਵੱਡੀ ਸੱਟ ਤੁਸੀਂ ਹੁਣ ਤੱਕ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਤੁਸੀਂ ਡੀਲਿੰਗ ਕੀਤੀ ਹੈ, ਕਿਹੜੀ ਉਹ ਪ੍ਰੋਬਲਮਸ ਨੇ, ਅਤੇ ਉਸ ਦੇ ਬਚਾਓ ਦੀ ਗੱਲ ਕਿਵੇਂ ਤੁਸੀਂ ਵੀਵਰਸ ਨੂੰ ਕਹਿ ਸਕਦੇ ਹੋ ਕਿ ਹਾਂ ਇਹ ਵੱਡੀਆਂ ਮੇਜਰਸ ਇੰਜਰੀਆਂ ਹੁੰਦੀ ਹੋਊਗੀ, ਉਸ ਦੇ ਵਿੱਚ ਤੁਸੀਂ ਸਾਵਧਾਨੀਆਂ ਦੀ ਗੱਲ ਵੀਵਰਸ ਨੂੰ ਕਿਵੇਂ ਦੱਸਣਾ ਚਾਹੋਗੇ? ਹਾਂ, ਇਹ ਤਾਂ ਚਲੋ ਮੈਂ ਦੱਸਤਾ ਸੀ ਹੈਡ ਇੰਜਰੀ ਬਾਰੇ। ਜੇ ਆਪਾਂ ਨੂੰ ਪੇਸ਼ੈਂਟ ਆਪਾਂ ਕਦੇ ਵੀ ਇੰਟਰੈਕਟ ਕਰਦੇ ਹਾਂ ਨਾ, ਮਤਲਬ ਰੋਡ 'ਤੇ ਹੋ ਰਿਹਾ, ਆਪਾਂ ਪਹਿਲਾਂ ਕਰਨਾ ਕੀ ਹੈ। ਸੋ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਨੀ ਹੈ, ਸਭ ਤੋਂ ਪਹਿਲਾਂ ਵੀ ਇਹ ਦੇਖੋ ਵੀ ਉਹ ਜਿਹੜਾ ਪੇਸ਼ੈਂਟ ਹੈਗਾ ਉਹਦੇ ਕਿਤੋਂ ਐਕਟਿਵ ਬਲੀਡਿੰਗ, ਕਿਤੋਂ ਖੂਨ ਤਾਂ ਨਹੀਂ ਵਗ ਰਿਹਾ ਹੈਗਾ। ਜਿੱਥੋਂ ਵੀ ਉਹ ਬਲੀਡਿੰਗ ਹੋ ਰਹੀ ਹੈ ਉਹਨੂੰ ਕਿਸੇ ਵੀ ਕੱਪੜੇ ਨਾਲ ਹੈ ਨਾ, ਜੇ ਤੁਹਾਡੇ ਕੋਲ ਕੋਈ ਡਰੈਸਿੰਗ ਹੈਗੀ ਹੈ ਨਾ, ਕੋਈ ਬੈਂਡੇਜ ਹੈ ਕਿ ਤਾਂ ਉਹ ਕਰ ਦਿਓ, ਨਹੀਂ ਤਾਂ ਕੋਈ ਵੀ ਕੱਪੜਾ ਜਿਵੇਂ ਕੋਈ ਪਰਨਾ ਹੈ ਜਾਂ ਕੋਈ ਚੁੰਨੀ ਹੈ ਆਪਾਂ ਬੰਨ੍ਹਦੇ ਤਾਂ ਕਿ ਬਲੱਡ ਲਾਸ ਨਾ ਹੋਵੇ ਫਸਟ ਆਫ ਆਲ। ਉਸ ਤੋਂ ਬਾਅਦ ਆਪਾਂ ਪੇਸ਼ੈਂਟ ਨੂੰ ਜੇ ਉਹ ਵੋਮਟਿੰਗ ਕਰ ਰਿਹਾ ਹੈ ਨਾ, ਉਹਨੂੰ ਇੱਕ ਸਾਈਡ ਦਵਾ ਦਈਏ ਤਾਂ ਕਿ ਉਹਦੀ ਜਿਹੜੀ ਉਲਟੀ ਹੈਗੀ ਆ ਉਹ ਸਾਹ ਵਾਲੀ ਨਲ 'ਚ ਨਾ ਜਾਵੇ, ਉਹਨੂੰ ਸਾਹ ਲੈਣ 'ਚ ਦਿੱਕਤ ਨਾ ਹੋਵੇ। ਤਾਂ ਹਮੇਸ਼ਾ ਹੀ ਜਦੋਂ ਵੀ ਪੇਸ਼ੈਂਟ ਇਸ ਤਰ੍ਹਾਂ ਆਉਂਦਾ ਉਹਨੂੰ ਲੇਟਰਲ ਕਰ ਦਿਓ, ਇੱਕ ਸਾਈਡ 'ਤੇ ਪਾ ਦਿਓ ਹੈ ਨਾ। ਪਰ ਉਸ ਦੇ ਵਿੱਚ ਆਪਾਂ ਨੂੰ ਕੁਛ ਵੀ ਧਿਆਨ ਰੱਖਣਾ ਪੈਂਦਾ ਵੀ ਬਾਕੀ ਜਿਹੜੀਆਂ ਹੋਰ ਆਪਣੀਆਂ ਜਿਵੇਂ ਲੌਂਗ ਬੋਨਸ ਹੁੰਦੀਆਂ, ਲੱਤਾਂ ਬਾਹਾਂ, ਉਸ ਦਾ ਕੋਈ ਫ੍ਰੈਕਚਰ ਤਾਂ ਨਹੀਂ ਹੈਗਾ ਹੈ ਨਾ। ਕਈ ਵਾਰ ਆਪਣਾ ਗਰਦਨ ਦਾ ਵੀ ਫ੍ਰੈਕਚਰ ਹੁੰਦਾ ਹੈਗਾ ਹੈ ਨਾ, ਉਹ ਸਾਰਾ ਕੁਝ ਦੇਖ ਕੇ ਹੀ ਕਰਨਾ ਪੈਂਦਾ। ਪਰ ਫਿਰ ਵੀ ਤੁਸੀਂ ਹੈਲਪਲੈਸ ਐਟਲੀਸਟ ਇੰਨਾ ਵੀ ਤੁਸੀਂ ਕਰ ਦਿਓ ਪੇਸ਼ੈਂਟ ਲਈ, ਉਹ ਪੇਸ਼ੈਂਟ ਦਾ ਕਿਤੇ ਨਾ ਕਿਤੇ ਬੈਨੀਫਿਟ ਹੋਊਗਾ ਹੀ। ਠੀਕ ਹੈ, ਇਹ ਤਾਂ ਆਪਣਾ ਹੋ ਗਿਆ ਵੀ ਜੇ ਪੇਸ਼ੈਂਟ ਆਪਾਂ ਕੋਈ ਆਪਾਂ ਨੂੰ ਰਸਤੇ 'ਚ ਐਕਸੀਡੈਂਟ ਵਾਲਾ ਮਿਲ ਜਾਂਦਾ ਤਾਂ ਆਪਾਂ ਕੀ ਕਰਨਾ। ਬਿਲਕੁਲ ਠੀਕ ਹੈ ਜੀ। ਉਸ ਤੋਂ ਬਾਅਦ ਜੇ ਮਤਲਬ ਹੁਣ ਆਪਾਂ ਇਸੇ ਪੇਸ਼ੈਂਟ ਨੂੰ ਰੋਕਣਾ ਹੀ ਹੋਵੇ ਵੀ ਆਪਾਂ ਵੀ ਡਾਕਟਰ ਸਾਹਿਬ ਵੀ ਮੇਰੇ ਸਰੋਤਿਆਂ ਵਾਸਤੇ ਸੁਨੇਹਾ ਕੀ ਹੈ? ਸੁਨੇਹਾ ਇਹ ਹੈ ਵੀ ਸਰਕਾਰ ਵੀ ਉਪਰਾਲੇ ਕਰ ਰਹੀ ਹੈ ਵੀ ਐਕਸੀਡੈਂਟ ਤੋਂ ਕਿਵੇਂ ਬਚੀਏ। ਸੋ ਆਪਣਾ ਇਹੀ ਹੈ ਵੀ ਆਪਾਂ ਜਦੋਂ ਵੀ ਬਾਹਰ ਨਿਕਲੀਏ, 2 ਵੀਲਰ 'ਤੇ ਨਿਕਲੀਏ ਤਾਂ ਹੈਲਮਟ ਪਾਈਏ ਹੈ ਨਾ, 4 ਵੀਲਰ 'ਚ ਜਾਈਏ ਤਾਂ ਬੈਲਟ ਬੰਨੀਏ, ਆਪਾਂ ਓਵਰ ਸਪੀਡ ਨਾ ਕਰੀਏ ਹੈ ਨਾ, ਦਾਰੂ ਨਾ ਪੀ ਕੇ ਚਲਾਈਏ ਗੱਡੀ। ਸੋ ਇਹ ਤਾਂ ਕਾਮਨ ਚੀਜ਼ਾਂ ਨੇ ਜਿਹੜੀਆਂ ਆਪਾਂ ਲੋਕ ਮੰਨਦੇ ਨਹੀਂ ਹੈਗੇ, ਪਰ ਆਪਾਂ ਨੂੰ ਮੰਨਣੀਆਂ ਚਾਹੀਦੀਆਂ ਹੈਗੀਆਂ ਹੈ ਨਾ। ਜੇ ਆਪਾਂ ਇਹਨਾਂ 'ਤੇ ਅਮਲ ਕਰਾਂਗੇ ਤਾਂ ਐਕਸੀਡੈਂਟ ਦਾ ਰੇਟ ਆਪਣੇ ਆਪ ਘੱਟ ਜਾਣਾ। ਆਪਾਂ ਨੂੰ ਬਸ ਇੱਕ ਹੀ ਚੀਜ਼ ਮਾਰ ਜਾਂਦੇ, ਕਾਹਲੀ ਹੈ ਨਾ। ਉਹ ਕਾਹਲੀ ਜਿਹੜੀ ਤੁਹਾਡੀ ਕੁਝ ਸੈਕਿੰਡਸ ਹੀ ਹੁੰਦੀ ਹੈ, ਉਹ ਪੂਰੀ ਲਾਈਫ ਤੁਹਾਨੂੰ ਫਿਰ ਬਾਅਦ 'ਚੋਂ ਪਛਤਾਉਣਾ ਪੈਂਦਾ। ਅਤੇ ਇੱਕ ਇਹ ਵੀ ਹੁੰਦਾ ਹੈਗਾ, ਚਲੋ ਇਹ ਵੀ ਤੁਸੀਂ ਦੱਸੀ ਜਾਂਦੇ ਆਖਰੀ ਸਵਾਲ ਇਹ ਪੁੱਛੂੰਗਾ, ਕਈਆਂ ਨੂੰ ਹੁੰਦਾ ਹੈਗਾ ਕਿ ਇਲਾਜ ਕਰਵਾ ਲਿਆ, ਟ੍ਰੀਟਮੈਂਟ ਹੋ ਗਿਆ ਸਾਰਾ, ਛੁੱਟੀ ਮਿਲ ਗਈ, ਉਸ ਤੋਂ ਬਾਅਦ 1-2 ਵਾਰ ਤੁਹਾਡੇ ਕੋਲ ਆ ਕੇ ਤੁਸੀਂ ਚੈੱਕਅਪ, ਹਾਲਾਂਕਿ ਚੈੱਕਅਪ ਕਰਵਾਉਣ ਦਾ ਤੁਸੀਂ ਹੁਣ ਦੱਸੋਗੇ ਕਿ ਉਹ ਹੁੰਦਾ, ਉਸ ਤੋਂ ਬਾਅਦ ਬੰਦ ਹੋ ਗਿਆ। ਪੇਸ਼ੈਂਟ ਨੂੰ ਲੱਗਦਾ ਕਿ ਸਿਰ ਦੀ, ਕਿਉਂਕਿ ਸਿਰ ਇੱਕ ਬੜਾ ਦਿਮਾਗ ਬੜਾ ਕੋਮਲ ਜੀ ਚੀਜ਼ ਮੈਂ ਸਮਝਦਾ ਗਾ, ਫਿਰ ਪ੍ਰੋਬਲਮਸ ਆਉਣੀਆਂ ਲੱਗ ਜਾਂਦੀਆਂ ਨੇਗੀਆਂ, ਸਿਰ ਦੁਖਦਾ ਰਹਿੰਦਾ ਹੈਗਾ, ਮਾਈਗ੍ਰੇਨ ਦੀ ਪ੍ਰੋਬਲਮ ਰਹਿੰਦੀ ਹੈਗੀ ਕੰਟੀਨਿਊਸਲੀ। ਕੀ ਸਲਾਹ ਦੇਣਾ ਚਾਹੋਗੇ ਕਿ ਜਿਹੜੇ ਸਿਰ ਦੀ ਉਹ ਹੈਗੀ ਕਿ ਕਿਉਂਕਿ ਗੱਲ ਉਹੀ ਹੋ ਜਾਂਦੀ ਹੈ ਕਿ ਆਪਾਂ ਧਿਆਨ ਨਹੀਂ ਰੱਖਦੇ ਜਾਂ ਕਹਿ ਦਈਏ ਕਿ ਪੇਸ਼ੈਂਟ ਧਿਆਨ ਨਹੀਂ ਰੱਖਦਾ, ਉਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਬਾਅਦ 'ਚ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਕੀ ਇਹੀ ਹੁੰਦਾ ਹੈਗਾ ਕਿ ਕਨੈਕਸ਼ਨ ਇੱਕ ਡਾਕਟਰ ਤੋਂ ਟੁੱਟ ਜਾਂਦਾ ਵੀ ਮੈਂ ਤਾਂ ਠੀਕ ਹਾਂ? ਹਾਂਜੀ, ਐਕਸਰੇ ਵੀ ਹੁੰਦਾ। ਦੇਖੋ ਆਪਾਂ ਨੂੰ ਚੋਟ ਲੱਗਦੀ ਹੈਗੀ ਹੈ ਨਾ, ਆਪਾਂ ਲੋਕਲ ਡਾਕਟਰ ਨੂੰ ਦਿਖਾ ਲੈਂਦੇ ਹਾਂ, ਪਰ ਉਹ ਜਿਹੜਾ ਪ੍ਰੋਪਰ ਟਰੀਟਮੈਂਟ ਹੈਗਾ ਉਹ ਰਹਿ ਜਾਂਦਾ ਆਪਣਾ ਕਿਤੇ ਨਾ ਕਿਤੇ। ਸੋ ਮੇਰੇ ਕੋਲ ਵੀ ਪੇਸ਼ੈਂਟ ਆਉਂਦੇ ਹੈਗੇ ਜਿਵੇਂ ਕੋਈ ਮਾਈਨਰ ਹੈਡ ਇੰਜਰੀ ਵਾਲਾ ਹੁੰਦਾ, ਸੋ ਮੈਂ ਮਿਨੀਮਮ ਉਹਨਾਂ ਨੂੰ 6 ਮੰਥ ਲਈ ਫੋਲੋਅਪ 'ਤੇ ਰੱਖਦਾ ਆਪਣਾ, ਵੀ 6 ਮਹੀਨੇ ਮੈਂ ਕਹਿੰਦਾ ਵੀ ਚਲੋ ਮਹੀਨੇ ਬਾਅਦ ਦਿਖਾ ਕੇ ਜਾਓ 6 ਮਹੀਨੇ ਤੱਕ। ਪਰ ਜਿਹੜੇ ਪੇਸ਼ੈਂਟ ਮੈਂ ਆਪਰੇਟ ਕਰਦਾ ਉਹਨਾਂ ਦਾ ਮੈਂ ਤਕਰੀਬਨ ਫੋਲੋਅਪ 2 ਤੋਂ 3 ਈਅਰ ਦਾ ਰੱਖਦਾਗਾ, ਕਿਉਂਕਿ ਕਈ ਵਾਰ ਪੇਸ਼ੈਂਟ ਨੂੰ ਆਪਰੇਟ ਵੀ ਕਰ ਦਿੰਦੇ ਆ, ਬਾਅਦ 'ਚੋਂ ਪੇਸ਼ੈਂਟ ਨੂੰ ਸੀਜ਼ਰਸ ਆ ਜਾਂਦੇ, ਹੈਡੇਕ ਹੁੰਦਾ ਰਹਿੰਦਾ ਹੈ ਨਾ, ਕਿਉਂਕਿ ਪੋਸਟ ਆਪ ਪ੍ਰੋਬਲਮਸ ਆਉਂਦੀਆਂ ਰਹਿੰਦੀਆਂ ਹੈਗੇ ਪੇਸ਼ੈਂਟ ਨੂੰ। ਹੈਡ ਜਿਹਦੇ ਪੇਸ਼ੈਂਟ ਨੂੰ ਇੱਕ ਵਾਰੀ ਜੇ ਹੋ ਜਾਂਦਾ, ਉਹਦੀ ਇੱਕ ਪ੍ਰੋਬਲਮ ਪੇਨ ਦੀ ਹੈ ਨਾ, ਇੱਕ ਚੱਕਰ ਆਉਣ ਦੀ, ਇੱਕ ਵੀਕਨੈਸ ਦੀ, ਇਹ ਜਦ ਮਿਰਗੀ ਦੇ ਦੌਰੇ ਇਹ ਕਈਆਂ ਨੂੰ ਪੈਂਦੇ ਰਹਿੰਦੇ ਆ। ਸੋ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਅਸੀਂ ਲੌਂਗ ਟਰਮ ਫੋਲੋਅਪ ਲਈ ਬੁਲਾਉਂਦੇ ਹੈਗੇ। ਸੋ ਮੈਂ ਇਹ ਚਾਹੁੰਦਾ ਵੀ ਕਈ ਪੇਸ਼ੈਂਟ ਹੁਣ ਵੀ ਆਉਂਦੇ ਹੈਗੇ ਵੀ ਸਰ 6 ਵਜੇ ਸੀ ਹਜੇ ਤੱਕ ਸਿਰ ਦੁਖੀ ਜਾਂਦਾ ਹੈਗਾ, ਹੁੰਦਾ ਹੈ ਕਿਉਂਕਿ ਉਹਨਾਂ ਨੇ ਪ੍ਰੋਪਰਲੀ ਇਲਾਜ ਨਹੀਂ ਕਰਵਾਇਆ ਹੈਗਾ, ਉਹ ਉਦੋਂ ਆਉਂਦੇ ਵੀ ਉਹ ਟਾਈਮ ਨਿਕਲ ਗਿਆ ਹੁੰਦਾ। ਸੋ ਮੈਂ ਇਹ ਕਹਿੰਦਾ ਵੀ ਜਦੋਂ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਟਰਾਮਾ ਹੁੰਦਾ, ਤੁਸੀਂ ਐਟਲੀਸਟ ਇੱਕ ਵਾਰੀ ਨਿਊਰੋ ਸਰਜਨ ਦੀ ਕੰਸਲਟੇਸ਼ਨ ਲੈ ਲਓ ਹੈ ਨਾ, ਐਟਲੀਸਟ ਤੁਹਾਨੂੰ ਉਹ ਪ੍ਰੋਪਰ ਗਾਈਡ ਕਰ ਦੇਗਾ।
ਠੀਕ ਹੈ ਨਾ। ਬਾਕੀ ਤਾਂ ਪੇਸ਼ੈਂਟ ਦੀ ਮਰਜ਼ੀ ਹੁੰਦੀ ਹੈ ਨਾ, ਆਪਾਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਇਹੀ ਗੱਲ ਹੁੰਦੀ ਹੈਗੀ ਕਿ ਜਦੋਂ ਕੋਈ ਇਹੋ ਜਿਹੀ ਪ੍ਰੋਬਲਮ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਇਹ ਹੈ ਕਿ ਤੁਹਾਨੂੰ ਪਹਿਲਾਂ ਇਹ ਚੂਜ਼ ਕਰਨਾ ਬੜਾ ਜ਼ਰੂਰੀ ਹੁੰਦਾ ਵੀ ਡਾਕਟਰ ਕਿਹੜੇ ਡਾਕਟਰ ਕੋਲ ਤੁਸੀਂ ਜਾਣਾ ਹੈ। ਉਹਦੇ ਲਈ ਸੀਟੀ ਸਕੈਨ ਬੈਸਟ ਹੁੰਦਾ ਹੈਗਾ ਕਿ ਜਦੋਂ ਵੀ ਕੋਈ ਸਿਰ ਦੀ ਸੱਟ ਹੁੰਦੀ ਹੈ। ਹਾਲਾਂਕਿ ਜਿਹੜੇ ਡਾਕਟਰ ਨੂੰ ਪਹਿਲਾਂ ਤੁਸੀਂ ਮਿਲਦੇ ਵੀ ਹੋ ਪ੍ਰਾਇਮਰੀ ਡਾਕਟਰ ਨੂੰ, ਉਹ ਵੀ ਸਲਾਹ ਦੇਗਾ। ਸੋ ਜਿਹੜੀ ਡਾਕਟਰ ਦੀ ਸਲਾਹ ਹੁੰਦੀ ਹੈ ਉਸ ਨੂੰ ਮੰਨਣਾ ਬੜਾ ਜ਼ਰੂਰੀ ਹੈ। ਦੂਸਰੀ ਗੱਲ ਇਹਨਾਂ ਦੀ ਇਹੀ ਹੈ, ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਬਿਲਕੁਲ ਗੱਲ ਹੋਈ ਹੈ। ਹੈਲਮਟ ਪਾਉਣਾ, ਸੀਟ ਬੈਲਟ ਲਗਾਉਣੀ, ਇਹ ਆਮ ਰੂਟੀਨ ਦੀਆਂ ਨੇਗੀਆਂ। ਸਰਕਾਰ ਵੀ ਬੜਾ ਕਹਿੰਦੀ ਹੈਗੀ। ਜੇਕਰ ਇਹ ਚੀਜ਼ਾਂ ਆਪਾਂ ਧਿਆਨ ਰੱਖਾਂਗੇ ਤਾਂ ਕਿਤੇ ਨਾ ਕਿਤੇ ਹੈਡ ਇੰਜਰੀ ਦੀ ਜਿਹੜੇ ਚਾਂਸਿਸ ਨੇ ਬੜੇ ਘੱਟ ਸਕਦੇ ਨੇ। ਜੇਕਰ ਮੇਜਰ ਸੱਟ ਲੱਗਦੀ ਹੈ ਤਾਂ ਕਿਤੇ ਨਾ ਕਿਤੇ ਬਚਾਅ ਹੋ ਸਕਦਾ। ਬਾਕੀ ਇਸ 'ਤੇ ਹੀ ਕਹਾਂਗੇ, ਆਪਦਾ ਸਾਰੇ ਧਿਆਨ ਰੱਖੋ। ਤੇ ਇਹ ਸਨ ਡਾਕਟਰ ਅਨੀਸ਼ ਕੁਮਾਰ, ਜਿਹੜੇ ਡਾਕਟਰ ਨੇਗੇ ਨਿਊਰੋ ਸਰਜਨ, ਪਹਿਲੇ ਨਿਊਰੋ ਸਰਜਨ ਨੇ ਸੰਗਰੂਰ ਦੇ ਵਿੱਚ, ਜਿਹੜੇ ਡੀਲਿੰਗ ਕਰਦੇ ਨੇ ਬੁੱਧਵਾਰ ਅਤੇ ਸ਼ੁੱਕਰਵਾਰ 4 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ। ਐਡਰੈਸ ਹੈ ਜਿਹੜਾ ਨੀਚੇ ਤੁਸੀਂ ਦੇਖ ਸਕਦੇ ਹੋ, ਕੰਟੈਕਟ ਨੰਬਰ ਵੀ ਦੇਖ ਸਕਦੇ ਹੋਗੇ। ਅਮਰ ਹਸਪੀਟਲ ਦੇ ਵਿੱਚ ਵੀ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਇਹ ਆਪਣੀ ਸੇਵਾਵਾਂ ਨਿਭਾਉਂਦੇ ਨੇ। ਤੇ ਪਟਿਆਲੇ ਦੇ ਲੋਕਾਂ ਦੇ ਲਈ ਇਹ ਖਾਸ ਤੌਰ ਤੇ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ, ਖਾਸ ਤੌਰ ਤੇ ਉਹਨਾਂ ਲਈ ਜੇਕਰ ਕਿਸੇ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕਿਸੇ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਆ ਰਹੀ ਹੈ, ਕੰਸਲਟ ਤੁਸੀਂ ਇੱਥੇ ਆ ਕੇ ਕਰ ਸਕਦੇ ਹੋਗੇ। ਤੇ ਜਾਣਕਾਰੀ ਚੰਗੀ ਲੱਗੀ ਇਸ ਨੂੰ ਵੱਧ ਤੋਂ ਵੱਧ ਸਾਂਝਾ ਕਰਿਓ। ਅਗਲੀ ਵਾਰ ਇੱਕ ਹੋਰ ਅਜਿਹੀ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਵਾਂਗੇ। ਉਦੋਂ ਦੇ ਲਈ ਤੋਂ ਇਜਾਜ਼ਤ, ਧੰਨਵਾਦ।